तेरे कवन कवन गुण कह कह गावां, तू साहिब गुणी निधाना। तुमरी महिमा वरन ना साकों, तू ठाकुर ऊच भगवाना। तुमरी महिमा वरन ना साकों, तू ठाकुर ऊच भगवाना। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ 20ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਾਸਪਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਜਗਤ ਦੇ ਸਾਹਮਣੇ ਇੱਕ ਏਮ ਰੱਖਿਆ ਹੈ ਔਰ ਉਹ ਜ਼ਿੰਦਗੀ ਦਾ ਨਿਸ਼ਾਨਾ ਹਰ ਮਨੁੱਖ ਮਾਤਰ ਲਈ ਹੈ। ਚਾਹੇ ਉਹ ਮਨੁੱਖ ਕੋਈ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬਜ਼ੁਰਗ ਹੈ, ਆਦਮੀ ਹੈ ਜਾਂ ਔਰਤ ਹੈ, ਕਾਲਾ ਹੈ ਜਾਂ ਗੋਰਾ ਹੈ, ਕਿਸੇ ਵੀ ਮਤ ਮਜ਼ਹਬ ਨਾਲ ਸੰਬੰਧਿਤ ਹੈ, ਆਸਤਿਕ ਹੈ ਜਾਂ ਨਾਸਤਿਕ ਹੈ, ਜੇਕਰ ਗੁਰੂ ਨਾਨਕ ਸਾਹਿਬ ਜੀ ਦੇ ਉਸ ਏਮ ਨੂੰ ਸਮਝ ਲਵੇ ਕਿ ਉਸ ਏਮ ਦੇ ਵਿੱਚ ਮੈਂ ਕਿਵੇਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਤੇ ਉਹਦੀ ਜ਼ਿੰਦਗੀ ਜਿਹੜੀ ਹੈ ਸ਼ਾਂਤਮਈ ਤੇ ਆਨੰਦਮਈ ਹੋ ਜਾਏਗੀ। ਤੇ ਗੁਰੂ ਨਾਨਕ ਸਾਹਿਬ ਜੀ ਦਾ ਉਹ ਏਮ, ਉਹ ਮਨੋਰਥ ਹੈ ਸਚਿਆਰ ਹੋਣਾ। ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੈ ਟੁੱਟੇ ਪਾਲ। ਸਚਿਆਰ ਕਿਵੇਂ ਬਣੀਏ, ਝੂਠ ਦੀ ਦੀਵਾਰ ਕਿਵੇਂ ਟੁੱਟੇ, ਉਹਦੇ ਲਈ ਇੱਕੋ ਇੱਕ ਸਾਧਨ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਤੋਂ ਜਗਤ ਬਣਿਆ ਇਹ ਰੀਤ ਸ਼ੁਰੂ ਤੋਂ ਨਾਲ ਹੈ ਕਿ ਰਜ਼ਾਈ ਦੀ ਰਜ਼ਾ ਵਿੱਚ ਚੱਲਣਾ, ਹੁਕਮੀ ਦੇ ਹੁਕਮ ਵਿੱਚ ਆ ਜਾਣਾ, ਰੱਬੀ ਨਿਯਮਾਂ ਵਿੱਚ ਆ ਜਾਣਾ, ਰੱਬੀ ਗੁਣਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਨਾ। ਜਿਸ ਵੀ ਮਨੁੱਖ ਮਾਤਰ ਦੇ ਅੰਦਰ ਰੱਬ ਦੇ ਗੁਣ ਪੈਦਾ ਹੋ ਜਾਂਦੇ ਨੇ, ਸੱਚਾਈ, ਦਇਆ, ਇਮਾਨਦਾਰੀ, ਨਿਰਵੈਰਤਾ, ਨਿਰਭੈਤਾ, ਦਿਆਲਤਾ, ਬਖਸ਼ਿੰਦਗੀ, ਜਿਹਦੇ ਅੰਦਰ ਵੀ ਇਹ ਗੁਣ ਪੈਦਾ ਹੋ ਜਾਂਦੇ ਨੇ, ਉਹ ਰੱਬ ਵਰਗਾ ਹੋ ਜਾਂਦਾ ਹੈ, ਸਚਿਆਰ ਹੋ ਜਾਂਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਣੀ ਦੇ ਵਿੱਚ ਅਨੇਕਾਂ ਤਰੀਕਿਆਂ ਦੇ ਨਾਲ ਮਨੁੱਖ ਨੂੰ ਇੱਕ ਸੇਧ ਦਿੱਤੀ, ਉਹ ਸਚਿਆਰ ਕਿਵੇਂ ਬਣ ਸਕਦਾ ਹੈ, ਰੱਬੀ ਹੁਕਮਾਂ 'ਚ ਕਿਵੇਂ ਆ ਸਕਦਾ ਹੈ। ਅੱਜ ਗੁਰੂ ਨਾਨਕ ਸਾਹਿਬ ਸਾਡੇ ਜੀਵਾਂ ਤੇ ਮਿਹਰਾਮਤ ਕਰ ਰਹੇ ਹਨ। ਭਰੀਏ ਹੱਥ ਪੈਰ ਤਨ ਦੇ, ਭਰੀਏ ਮਨੇ ਜੇ ਭਰ ਜਾਏ ਲਿਬੜ ਜਾਏ, ਮੈਲੇ ਹੋ ਜਾਣ, ਹੱਥ ਪੈਰ ਤਨ, ਹੱਥ ਮੈਲਾ ਹੋ ਜਾਏ, ਪੈਰ ਮੈਲਾ ਹੋ ਜਾਏ, ਸਰੀਰ ਮੈਲਾ ਹੋ ਜਾਏ, ਪੂਰੀ ਦੇਹ ਲਿਬੜ ਜਾਏ। ਭਰੀਏ ਮਨੇ ਭਰ ਜਾਏ, ਲਿਬੜ ਜਾਏ। ਪਾਣੀ ਧੋਤਾ ਉਤਰ ਸਖੇ, ਪਾਣੀ ਨਾਲ ਧੋਤਿਆਂ ਉਹ ਖੇ ਉਤਰ ਜਾਂਦੀ ਹੈ। ਭਾਵ ਹੱਥ ਪੈਰ ਮੈਲਾ ਹੋ ਜਾਏ, ਸਰੀਰ ਮੈਲਾ ਹੋ ਜਾਏ, ਦੇਹੀ ਲਿਬੜ ਜਾਏ, ਤੇ ਪਾਣੀ ਦੇ ਨਾਲ ਅਸੀਂ ਧੋ ਲੈਂਦੇ ਹਾਂ। ਸਰੀਰ ਨੂੰ ਤੇ ਸਾਫ਼ ਕੀਤਾ ਜਾ ਸਕਦਾ ਹੈ ਪਾਣੀ ਨਾਲ। ਮੂਤ ਪਲੀਤੀ ਕੱਪੜ ਹੋਏ, ਜੇ ਕੱਪੜੇ ਵੀ ਮੂਤ ਪਲੀਤੀ ਭਾਵ ਮਲ ਆਦਿਕ ਨਾਲ ਮੈਲੇ ਹੋ ਜਾਣ, ਬਸਤਰ ਵੀ ਮੈਲੇ ਹੋ ਜਾਣ, ਦੇ ਸਾਬੂਨ ਲਈਏ ਉਹ ਧੋਏ, ਤੇ ਅਸੀਂ ਉਹ ਕੱਪੜੇ ਵੀ ਸਾਬਣ ਨਾਲ ਧੋ ਲੈਂਦੇ ਹਾਂ। ਸਾਬਣ ਜਿਹੜਾ ਹੈ ਕੱਪੜੇ ਦੀ ਮੈਲ ਨੂੰ ਕੱਢ ਦਿੰਦਾ ਹੈ, ਉਹਦੇ ਵਿੱਚੋਂ ਦੁਰਗੰਧੀ ਨੂੰ ਖਤਮ ਕਰ ਦਿੰਦਾ ਹੈ। ਹੁਣ ਇਹ ਤੇ ਸੀ ਬਾਹਰੀ ਚੀਜ਼ਾਂ। ਸਰੀਰ ਸਾਨੂੰ ਨਜ਼ਰ ਆਉਂਦਾ ਹੈ, ਇਹਨੂੰ ਅਸੀਂ ਸਾਫ਼ ਕਰ ਲੈਂਦੇ ਹਾਂ। ਕੱਪੜੇ ਸਾਨੂੰ ਨਜ਼ਰ ਆਉਂਦੇ ਨੇ, ਅਸੀਂ ਸਾਫ਼ ਕਰ ਲੈਂਦੇ ਹਾਂ। ਮਨੁੱਖ ਦੀ ਮਲੀਨਤਾ ਅੰਦਰ ਦੀ ਤਾਂ ਨਹੀਂ ਜਾਂਦੀ, ਅੰਦਰ ਨਜ਼ਰ ਨਹੀਂ ਆਉਂਦਾ। ਸਰੀਰ ਨਜ਼ਰ ਆਉਂਦਾ, ਇਹਦੀ ਸਫਾਈ ਕਰ ਲੈਂਦੇ ਹਾਂ। ਸਰੀਰ ਦੀ ਭੁੱਖ ਸਾਨੂੰ ਪਤਾ ਲੱਗਦੀ, ਭੋਜਨ ਖਾ ਲੈਂਦੇ ਹਾਂ। ਪਿਆਸ ਪਤਾ ਲੱਗਦੀ, ਪਾਣੀ ਪੀ ਲੈਂਦੇ ਹਾਂ। ਪਰ ਅੰਦਰਲਾ ਸਾਨੂੰ ਕਿਉਂਕਿ ਨਜ਼ਰ ਨਹੀਂ ਆਉਂਦਾ, ਉਹ ਮੈਲਾ ਰਹਿ ਜਾਂਦਾ ਹੈ। ਉਹਦੀ ਭੁੱਖ ਬਣੀ ਰਹਿੰਦੀ ਹੈ, ਉਹਦੀ ਪਿਆਸ ਬਣੀ ਰਹਿੰਦੀ ਹੈ। ਉਹ ਸੁੰਦਰ ਨਹੀਂ ਹੋ ਪਾਉਂਦਾ, ਉਹ ਮਲੀਨ ਹੀ ਰਹਿ ਜਾਂਦਾ ਹੈ। ਉਹਦੇ ਹਾਰ ਸ਼ਿੰਗਾਰ, ਉਹਦੀ ਸੁੰਦਰਤਾ ਦਾ ਅਸੀਂ ਧਿਆਨ ਦਿੱਤਾ ਨਹੀਂ, ਉਹ ਕਰੂਪ ਹੋ ਜਾਂਦਾ ਹੈ ਅੰਦਰੋਂ। ਜੇ ਉਸ ਦੀ ਸਮਝ ਲੱਗ ਜਾਏ ਕਿ ਉਹਨੂੰ ਮੈਂ ਕਿਵੇਂ ਸ਼ਿੰਗਾਰਨਾ ਹੈ, ਕਿਵੇਂ ਸਾਫ਼ ਰੱਖਣਾ ਹੈ, ਉਹਨੂੰ ਕਿਹੜਾ ਭੋਜਨ ਚਾਹੀਦਾ, ਉਹਨੂੰ ਕਿਹੜੇ ਬਸਤਰ ਚਾਹੀਦੇ ਨੇ, ਉਹਦੀ ਇੱਜ਼ਤ ਟਕੀ ਜਾਏ, ਤੇ ਮਨੁੱਖ ਜਿਹੜਾ ਹੈ ਆਪਣੇ ਜੀਵਨ ਨੂੰ ਅੰਦਰੋਂ ਬਾਹਰੋਂ ਇੱਕ ਕਰ ਸਕਦਾ ਹੈ।
ਮਾਨੋ ਬਾਹਰੋਂ ਭੁੱਖ ਲੱਗੀ, ਭੋਜਨ ਕਰ ਲਿਆ, ਬਾਹਰੋਂ ਬਸਤਰ ਚਾਹੀਦੇ ਨੇ ਸਰੀਰ ਲਈ, ਸੀ ਬਸਤਰ ਪਹਿਨ ਲਏ। ਪਰ ਜਿਸ ਦਿਨ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਇੱਕ ਹੋਰ ਵੀ ਭੋਜਨ ਹੈ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ, ਨਾਮ ਦਾ ਭੋਜਨ ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੰਦਾ ਹੈ। ਬਾਹਰੋਂ ਸਰੀਰ ਲਜਾ ਲੈਣਾ, ਅੰਦਰ ਭੁੱਖਾ ਰਹਿ ਜਾਣਾ, ਬਾਹਰੋਂ ਕੱਪੜੇ ਪਾ ਲੈਣਾ, ਅੰਦਰੋਂ ਮੇਰਾ ਜੀਵਨ ਨਗਨ ਰਹਿ ਜਾਂਦਾ ਹੈ। ਨੰਗਾ ਦੋਜਕ ਚਾਲਿਆ ਤਦ ਦਿਸੈ ਖਰਾ ਡਰਾਵਣਾ। ਫਿਰ ਸਮਝ ਪੈਂਦੀ ਹੈ ਗੁਰੂ ਦੇ ਗਿਆਨ ਰਾਹੀਂ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਹਿ ਹੋਵੇਂ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਨਾਮ ਉਹ ਇੱਜ਼ਤ ਤੱਕ ਦਿੰਦਾ ਹੈ ਸੰਸਾਰ ਦੇ ਵਿੱਚ ਕਿ ਜੀਵ ਜਿਹੜਾ ਹੈ ਮਾਣ ਸਤਿਕਾਰ ਹਾਸਲ ਕਰਦਾ ਹੈ, ਇੱਜ਼ਤਮਾਨ ਹੋ ਜਾਂਦਾ ਹੈ, ਜਿਹੜਾ ਕਦੀ ਪਤ ਨੂੰ ਨਗਨ ਨਹੀਂ ਹੋਣ ਦਿੰਦਾ। ਹੁਣ ਬਾਹਰੋਂ ਸਰੀਰ ਨਜ਼ਰ ਆਇਆ, ਬਾਹਰੋਂ ਕੱਪੜੇ ਨਜ਼ਰ ਆਏ, ਉਹ ਤੇ ਅਸੀਂ ਪਾਣੀ ਨਾਲ ਧੋ ਲਏ, ਸਾਬਣ ਨਾਲ ਧੋ ਲਏ। ਗੁਰੂ ਜੀ ਦੇ ਅਗਲੇ ਬਚਨ, ਭਰੀਐ ਮਤ ਪਾਪਾਂ ਕੈ ਸੰਗ। ਜਿਹੜੀ ਮਤ ਹੈ ਉਹ ਪਾਪਾਂ ਨਾਲ ਲਿਬੜ ਜਾਏ, ਭਰੀਐ ਮੈਨੇ ਭਰ ਜਾਏ, ਲਿਬੜ ਜਾਏ। ਜੇ ਮਤ ਪਾਪਾਂ ਨਾਲ ਲਿਬੜ ਜਾਏ, ਮਤ ਕਿਉਂਕਿ ਸਾਨੂੰ ਨਜ਼ਰ ਨਹੀਂ ਆਈ, ਉਹਦੀ ਸਫਾਈ ਕਿਵੇਂ ਕਰੀਏ? ਮਨੁੱਖ ਦੀ ਮਤ ਪਾਪਾਂ ਨਾਲ ਮੈਲੀ ਹੋਈ ਪਈ ਹੈ, ਇਹਨੂੰ ਪਤਾ ਨਹੀਂ ਚੱਲਦਾ ਕਿ ਕਿੰਨੀ ਮੈਲੀ ਹੈ। ਇੰਨੀ ਮੈਲੀ ਹੈ, ਜਾਤੀਵਾਦ ਦੀ ਮੈਲ ਇਹਨੂੰ ਲੱਗੀ ਹੋਈ ਹੈ। ਇਹ ਊਚ ਹੈ, ਇਹ ਨੀਚ ਹੈ, ਇਹ ਸੁੱਚਾ ਹੈ, ਇਹ ਝੂਠਾ ਹੈ, ਇਸ ਮੈਲ 'ਚ ਫਸਿਆ ਹੋਇਆ ਹੈ। ਇਹਦੇ ਜੀਵਨ ਦੇ ਵਿੱਚ ਸਮਾਜਿਕ ਤੌਰ 'ਤੇ ਮੈਲ ਲੱਗੀ ਹੋਈ ਹੈ, ਇਹਦੇ ਜੀਵਨ ਦੇ ਵਿੱਚ ਰਾਜਨੀਤਿਕ ਤੌਰ 'ਤੇ ਮੈਲ ਲੱਗੀ ਹੋਈ ਹੈ। ਪਾਪਾਂ ਵਾਲੀ ਮੱਤ ਹੈ, ਦੂਸਰੇ ਇਨਸਾਨ ਨੂੰ ਮਾਰ ਕੇ ਆਪਣੀ ਖੁਸ਼ੀ, ਆਪਣਾ ਸੁੱਖ ਚਾਹੁੰਦਾ ਹੈ। ਆ ਬਾਰਡਰਾਂ ਦੇ ਉੱਪਰ ਜੰਗ ਲੱਗੀ ਹੋਈ ਹੈ, ਇਹ ਕੀ ਹੈ? ਪਾਪਾਂ ਵਾਲੀ ਮੱਤ ਹੈ ਨਾ। ਜੇਕਰ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਓਂਕਾਰ ਦੇ ਸਿਧਾਂਤ ਨੂੰ ਸਮਝਿਆ ਹੁੰਦਾ ਤੇ ਆਹ ਸਮੱਸਿਆ ਨਾ ਹੁੰਦੀ। ਇੱਕ ਓਂਕਾਰ, ਰੱਬ ਇੱਕ ਹੈ, ਕਾਰ ਮੈਨੇ ਸਾਰਿਆਂ 'ਚ, ਜੇ ਸਾਰੀਆਂ ਥਾਵਾਂ ਤੇ ਉਹ ਆਪ ਹੀ ਹੈ, ਹਰ ਜਗ੍ਹਾ ਤੇ ਉਹੀ ਹੈ, ਤੇ ਫਿਰ ਅਸੀਂ ਦੂਜੇ ਦੇ ਦੇਸ਼ ਦੇ ਆਦਮੀ ਨੂੰ ਦੁਸ਼ਮਣ ਨਾ ਸਮਝਦੇ। ਮਨੁੱਖਤਾ ਨੂੰ ਰਾਸ਼ਟਰਵਾਦ ਦਾ ਹੋਕਾ ਦਿੱਤਾ ਗਿਆ, ਪਰ ਇਹ ਬੜਾ ਖਤਰਨਾਕ ਸਿਧਾਂਤ ਹੈ। ਨੈਸ਼ਨਲਿਜ਼ਮ ਜਿਹੜਾ ਹੈ ਇਨਸਾਨੀਅਤ ਦੇ ਲਈ ਬੜਾ ਖਤਰਨਾਕ ਹੈ। ਇਹਦੇ ਵਿੱਚ ਇੱਕ ਇਨਸਾਨ ਦੂਜੇ ਇਨਸਾਨ ਨੂੰ ਇਨਸਾਨ ਸਮਝਦਾ ਹੀ ਨਹੀਂ ਹੈ, ਦੁਸ਼ਮਣ ਸਮਝਦਾ ਹੈ। ਮੇਰੇ ਦੇਸ਼ ਦੇ ਸੀਮਾ ਦੇ ਅੰਦਰ ਲੋਕ ਮੇਰੇ ਆਪਣੇ ਨੇ, ਮੇਰੇ ਦੇਸ਼ ਦੇ ਬਾਰਡਰ ਦੇ ਬਾਹਰ ਦੇ ਲੋਕ ਮੇਰੇ ਦੁਸ਼ਮਣ ਨੇ। ਮੇਰੇ ਦੇਸ਼ ਦੇ ਵਾਸੀ ਤੇ ਸੁਖੀ ਵਸਣੇ ਚਾਹੀਦੇ ਨੇ, ਪਰ ਮੇਰੇ ਗੁਆਂਢੀ ਦੇਸ਼ ਵਿੱਚ ਬੰਬ ਚੱਲਣੇ ਚਾਹੀਦੇ ਨੇ, ਮੇਰੇ ਗੁਆਂਢੀ ਦੇਸ਼ ਤਬਾਹ ਹੋ ਜਾਣਾ ਚਾਹੀਦਾ ਹੈ। ਮਨੁੱਖ ਦਾ ਵੈਰੀ ਬਣ ਗਿਆ। ਗੋਲੀਆਂ ਬੰਦੂਕਾਂ ਕਿਉਂ ਬਣਾਈਆਂ ਜਾਂਦੀਆਂ ਨੇ? ਮਿਜ਼ਾਈਲ ਟੈਂਕ ਕਿਉਂ ਬਣਾਏ ਜਾ ਰਹੇ ਨੇ? ਵੱਡੇ ਵੱਡੇ ਬੰਬ ਕਿਉਂ ਬਣਾਏ ਜਾ ਰਹੇ ਨੇ? ਹੱਥ ਸੇਕਣ ਵਾਸਤੇ ਤੇ ਬਣਾਏ ਨਹੀਂ ਜਾ ਰਹੇ, ਇਨਸਾਨਾਂ ਨੂੰ ਮਾਰਨ ਵਾਸਤੇ ਬਣਾਏ ਜਾਂਦੇ ਨੇ। ਰਾਸ਼ਟਰਵਾਦ ਦੇ ਹੋਕੇ ਨੇ ਮਨੁੱਖਤਾ 'ਚ ਵੰਡੀਆਂ ਪਾਈਆਂ। ਇਸ ਸੀਮਾ ਦੇ ਅੰਦਰ ਦੇ ਲੋਕ ਮੇਰੇ ਨੇ, ਸੀਮਾ ਦੇ ਬਾਹਰ ਦੇ ਲੋਕ ਉਹ ਤਬਾਹ ਹੋ ਜਾਣ, ਖਤਮ ਹੋ ਜਾਣ। ਮੇਰਾ ਦੇਸ਼ ਸੁਖੀ ਵਸੇ, ਬਾਕੀ ਦੇਸ਼ ਖਤਮ ਹੋ ਜਾਣ। ਇਹ ਪਾਪਾਂ ਵਾਲੀ ਮੱਤ ਹੈ। ਇੱਕ ਓਂਕਾਰ ਦਾ ਸਿਧਾਂਤ ਦੁਨੀਆ ਤੱਕ ਪਹੁੰਚਿਆ ਨਹੀਂ ਹੈ। ਪ੍ਰਭੂ ਇੱਕ ਹੈ, ਉਹਦਾ ਸੰਸਾਰ ਇੱਕ ਹੈ, ਸੰਸਾਰ ਵਿੱਚ ਵਿਆਪਕ ਹੈ। ਜੇ ਰੱਬ ਦੇ ਟੁਕੜੇ ਨਹੀਂ ਹੋ ਸਕਦੇ, ਰੱਬ ਦੇ ਸੰਸਾਰ ਦੇ ਵੀ ਟੁਕੜੇ ਨਹੀਂ ਹੋ ਸਕਦੇ। ਜਿਸ ਦਿਨ ਇੱਕ ਓਂਕਾਰ ਦੀ ਸਮਝ ਪੈ ਜਾਏਗੀ, ਉਦੋਂ ਦੇਸ਼ਾਂ ਦੀਆਂ ਹੱਦਾਂ ਮਿਟ ਜਾਣਗੀਆਂ, ਸੀਮਾਵਾਂ ਖਤਮ ਹੋ ਜਾਣਗੀਆਂ। ਦੂਜੇ ਦੇਸ਼ ਦੇ ਮਨੁੱਖਾਂ ਵਿੱਚੋਂ ਵੀ ਰੱਬ ਨਜ਼ਰ ਆਏਗਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਅੱਜ ਤੱਕ ਹੋਇਆ ਸਾਡੇ ਸਾਹਮਣੇ ਹੈ। ਜਾਪਾਨ ਦੇ ਸ਼ਹਿਰ ਹੀਰੋਸ਼ੀਮਾ, ਨਾਗਾਸਾਕੀ, ਉਹਦੇ ਤੇ ਜਿਹੜੇ 2 ਬੰਬ ਸੁੱਟੇ ਗਏ, ਫੈਟਮੈਨ ਤੇ ਲਿਟਲ ਬॉय, ਲੱਖਾਂ ਲੋਕ ਮਰੇ, ਪਰ ਦੁਸ਼ਮਣ ਨੇ। ਉਹ ਮਰਨੇ ਚਾਹੀਦੇ ਨੇ, ਸਾਡੇ ਦੇਸ਼ ਦੇ ਨਹੀਂ ਮਰਨੇ ਚਾਹੀਦੇ। ਇਹ ਮਨੁੱਖ ਦੇ ਅੰਦਰ ਸੋਚ ਹੈ। ਐਟਮ ਬੰਬ ਕਿਉਂ ਬਣਾਏ ਜਾ ਰਹੇ ਨੇ? ਇਨਸਾਨ ਨੂੰ ਮਾਰਨ ਵਾਸਤੇ, ਧੂਣੀਆਂ ਤਪਾਉਣ ਵਾਸਤੇ ਤੇ ਬਣਾਏ ਨਹੀਂ ਜਾ ਰਹੇ। ਇਹ ਹੈ ਪਾਪਾਂ ਵਾਲੀ ਸੋਚ ਕਿ ਮੇਰੇ ਦੇਸ਼ ਦੀ ਸੀਮਾ ਦੇ ਅੰਦਰ ਦੇ ਲੋਕ ਮੇਰੇ ਆਪਣੇ ਨੇ, ਮੇਰੇ ਦੇਸ਼ ਦੀ ਸੀਮਾ ਦੇ ਬਾਹਰ ਦੇ ਲੋਕ ਮੇਰੇ ਦੁਸ਼ਮਣ ਨੇ, ਬੇਗਾਨੇ ਨੇ। ਉਹ ਖਤਮ ਹੋ ਜਾਣ, ਕੋਈ ਗੱਲ ਨਹੀਂ, ਮੇਰਾ ਦੇਸ਼ ਸੁਖੀ ਵਸਣਾ ਚਾਹੀਦਾ ਹੈ। ਇਹ ਸਵਾਰਥੀ ਭਾਵਨਾ ਹੈ ਮਨੁੱਖ ਦੀ। ਇਸ ਧਰਤੀ ਤੇ ਇਨਸਾਨ ਦਾ ਦੁਸ਼ਮਣ ਹੋ ਗਿਆ। ਇਹ ਹੈ ਪਾਪਾਂ ਵਾਲੀ ਮੱਤ। ਤੇ ਕੇਵਲ ਦੇਸ਼ਾਂ ਦੀ ਗੱਲ ਨਹੀਂ, ਇੱਕ ਦੇਸ਼ ਦੇ ਵਿੱਚ ਇਲਾਕੇ ਜਿਹੜੇ ਨੇ ਉਹ ਇੱਕ ਦੂਸਰੇ ਦੇ ਦੁਸ਼ਮਣ ਬਣ ਜਾਂਦੇ ਨੇ। ਸਟੇਟਸ, ਰਾਜ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ। ਉਹਨਾਂ ਸਟੇਟਸ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਵੀ ਇੱਕ ਦੂਜੇ 'ਚ ਦੁਸ਼ਮਣੀ ਬਣ ਜਾਂਦੀ ਹੈ। ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮੁਹੱਲਿਆਂ ਵਾਲੇ ਇੱਕ ਦੂਸਰੇ ਦੇ ਦੁਸ਼ਮਣ ਬਣ ਜਾਂਦੇ ਨੇ। ਮੁਹੱਲੇ ਛੱਡੋ, ਪਰਿਵਾਰ ਵਿੱਚ ਘੱਟ ਹੈ ਕਿਤੇ। ਜਿਸ ਪਰਿਵਾਰ ਦੇ ਜੀਆਂ ਨੂੰ ਅਸੀਂ ਆਪਣਾ ਕਹਿੰਦੇ ਹਾਂ, ਮਨੁੱਖ ਦੀ ਇੰਨੀ ਪਾਪਾਂ ਵਾਲੀ ਮੱਤ ਹੈ, ਉਹ ਤੇ ਆਪਣਿਆਂ ਨੂੰ ਵੀ ਨਹੀਂ ਬਖਸ਼ ਰਿਹਾ ਹੈ। ਪਤੀ ਪਤਨੀ ਦੇ ਨਾਲ ਲੜ ਰਿਹਾ, ਪਤਨੀ ਪਤੀ ਨਾਲ ਲੜ ਰਹੀ ਹੈ।
ਮਾਪਿਓ ਬੱਚਿਆਂ ਨਾਲ ਲੜ ਰਹੇ ਨੇ, ਬੱਚੇ ਮਾਪਿਓ ਨਾਲ ਲੜ ਰਹੇ ਨੇ। ਸੱਸ ਤੇ ਨੂੰਹ ਦੀ ਆਪਸ 'ਚ ਨਹੀਂ ਬਣਦੀ, ਨਨਾਣ ਭਰਜਾਈ ਦੀ ਆਪਸ 'ਚ ਨਹੀਂ ਬਣ ਰਹੀ। ਘਰ ਦੇ ਵਿੱਚ ਹੀ ਭਰੀ ਹੈ ਮੱਤ ਪਾਪਾਂ ਕੇ ਸੰਗ, ਪਾਪਾਂ ਵਾਲੀ ਮੱਤ ਹੈ ਇਹ। ਇਹਦਾ ਕਾਰਨ ਸਵਾਰਥੀ ਹੋਣਾ ਹੈ। ਮਨੁੱਖ ਸਿਰਫ ਆਪਣੇ ਲਈ ਜੀਣਾ ਚਾਹੁੰਦਾ ਹੈ, ਦੂਸਰੇ ਇਨਸਾਨ 'ਚੋਂ ਰੱਬ ਦੇਖ ਨਹੀਂ ਰਿਹਾ ਹੈ। ਘਰ ਵਿੱਚ ਧੀ ਨੇ ਜਨਮ ਲਿਆ, ਪਿਤਾ ਬਹੁਤ ਖੁਸ਼ ਹੋਇਆ, ਮੇਰੇ ਘਰ ਧੀ ਆਈ ਹੈ। ਪੁੱਤਰ ਨਾਲੋਂ ਜ਼ਿਆਦਾ ਧੀ ਦੀ ਉਹ ਪਰਵਾਹ ਕਰਦਾ ਹੈ। ਪੁੱਤਰ ਥੋੜਾ ਲੇਟ ਆ ਜਾਏ ਉਹ ਪਰਵਾਹ ਨਹੀਂ ਮੰਨਦਾ, ਧੀ ਟਾਈਮ ਸਿਰ ਸਕੂਲ ਤੋਂ ਆਉਣੀ ਚਾਹੀਦੀ ਹੈ। ਬਕਾਇਦਾ ਫੋਨ ਕਰਕੇ ਪੁੱਛਦਾ ਹੈ ਆਪਣੇ ਆਫਿਸ ਤੋਂ, ਆਪਣੀ ਦੁਕਾਨ ਤੋਂ, ਬੱਚੀ ਸਕੂਲ ਤੋਂ ਵਾਪਸ ਆ ਗਈ। ਉਹਦੀ ਪੜ੍ਹਾਈ ਦਾ ਪ੍ਰਬੰਧ, ਉਹਦੇ ਕੱਪੜਿਆਂ ਦਾ ਪ੍ਰਬੰਧ, ਉਹਦੇ ਖਿਡੌਣਿਆਂ ਦਾ ਪ੍ਰਬੰਧ, ਉਹਦੀਆਂ ਲੋੜਾਂ ਦਾ ਪ੍ਰਬੰਧ ਕਰਦਾ ਹੈ, ਪਿਆਰ ਕਰਦਾ ਹੈ। ਜਿਵੇਂ ਜਿਵੇਂ ਵੱਡੀ ਹੁੰਦੀ ਹੈ ਨਾਲ ਨਾਲ ਇੱਕ ਚਿੰਤਾ ਹੁੰਦੀ ਹੈ ਕਿ ਮੇਰੀ ਧੀ ਨੂੰ ਰਾਜਕੁਮਾਰ ਮਿਲਣਾ ਚਾਹੀਦਾ ਹੈ। ਹਰ ਪਿਓ ਦੇ ਅੰਦਰ ਦੀ ਇੱਛਾ ਹੁੰਦੀ ਹੈ ਮੇਰੀ ਧੀ ਨੂੰ ਉਹ ਪਤੀ ਮਿਲੇ ਜਿਹੜਾ ਉਹਨੂੰ ਫੁੱਲਾਂ ਦੀ ਤਰ੍ਹਾਂ ਰੱਖੇ, ਸਿਰ ਤੇ ਰੱਖੇ, ਰਾਜਕੁਮਾਰੀ ਰਾਣੀ ਬਣਾ ਕੇ ਰੱਖੇ। ਪਿਤਾ ਦਾ ਧੀ ਨਾਲ ਪਿਆਰ ਹੈ, ਮਾਂ ਦਾ ਧੀ ਨਾਲ ਪਿਆਰ ਹੈ। ਮਾਂ ਸੋਚਦੀ ਮੇਰੀ ਧੀ ਜਿਸ ਘਰ ਜਾਏ ਸੁਖੀ ਵਸੇ। ਇੱਕ ਸਮਾਂ ਆਇਆ, ਪਿਤਾ ਨੇ ਰਿਸ਼ਤਾ ਤੈਅ ਕਰ ਦਿੱਤਾ। ਭਾਵੇਂ ਉਹਨਾਂ ਨੇ ਦਾਜ ਦਾ ਮੂੰਹ ਤੇ ਬੜਾ ਅੱਡਿਆ, ਕੋਈ ਗੱਲ ਨਹੀਂ, ਮੈਂ ਆਪਣੀ ਜ਼ਮੀਨ ਗਹਿਣੇ ਪਾ ਕੇ ਜਾਂ ਜ਼ਮੀਨ ਵੇਚ ਕੇ ਮੈਂ ਦੇ ਦਿਆਂਗਾ, ਘੱਟੋ ਘੱਟ ਮੇਰੀ ਧੀ ਸੁਖੜੀ ਵਸਣੀ ਚਾਹੀਦੀ ਹੈ। ਵਿਆਹ ਦਾ ਦਿਨ ਵੀ ਨਿਸ਼ਚਿਤ ਹੋ ਗਿਆ। ਵਿਆਹ ਦੇ ਦਿਨ ਉਹਨੇ ਬਰਾਤੀਆਂ ਵਾਸਤੇ ਬੜੇ ਪ੍ਰਬੰਧ ਕੀਤੇ, ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕੀਤੇ, ਕਈ ਸਟਾਲ ਲੱਗੇ, ਕਈ ਕੁਝ ਖਾਣੇ ਦਾ ਪਰੋਸਿਆ ਗਿਆ। ਪਰ ਜਾਂਦੇ ਜਾਂਦੇ ਉਹ ਕੋਈ ਨਾ ਕੋਈ ਨੁਕਸ ਕੱਢ ਹੀ ਗਏ ਵੀ ਆਹ ਚੀਜ਼ ਤੁਹਾਡੀ ਠੀਕ ਨਹੀਂ ਸੀ। ਉਸ ਤੋਂ ਬਾਅਦ ਪਿਤਾ ਨੇ ਜਦੋਂ ਧੀ ਨੂੰ ਵਿਆਹਿਆ, ਆਪਣੇ ਹੱਥੀਂ ਦੀ ਡੋਲੀ ਤੋਰੀ, ਭਰਾਵਾਂ ਨੇ ਆਪਣੀ ਭੈਣ ਦੀ ਡੋਲੀ ਹੱਥੀਂ ਤੋਰੀ। ਧੀ ਅਗਲੇ ਦਿਨ ਮੁਕਲਾਵੇ ਤੇ ਆਈ। ਪਿਤਾ ਬਹੁਤ ਖੁਸ਼ ਹੈ ਕਿ ਅੱਜ ਮੇਰੀ ਧੀ ਆਪਣੇ ਘਰ ਗਈ, ਮੁਕਲਾਵੇ ਤੇ ਮਿਲਣ ਆ ਰਹੀ ਹੈ। ਜਿਸ ਦਿਨ ਧੀ ਮੁਕਲਾਵੇ ਤੇ ਦੂਜੇ ਦਿਨ ਘਰ ਆਉਂਦੀ ਹੈ, ਹੁਣ ਉਹਦੇ ਆਉਣ ਦੇ ਮਾਇਨੇ ਬਦਲ ਜਾਂਦੇ ਨੇ। ਇੱਕ ਦਿਨ ਪਹਿਲਾਂ ਇਸ ਘਰ ਦੀ ਉਹ ਮਾਲਕਣ ਸੀ, ਜੋ ਮਰਜ਼ੀ ਚੁੱਕ ਸਕਦੀ ਸੀ, ਜੋ ਮਰਜ਼ੀ ਲੈ ਸਕਦੀ ਸੀ। ਇੱਕ ਦਿਨ 'ਚ ਬੇਗਾਨੀ ਹੋ ਗਈ। ਪੁਰਾਣੇ ਮਾਪੇ ਚਲੇ ਗਏ, ਨਵੇਂ ਮਿਲ ਗਏ। ਪੁਰਾਣੇ ਭੈਣ ਭਰਾ ਚਲੇ ਗਏ, ਨਵੇਂ ਮਿਲ ਗਏ। ਪੁਰਾਣੀਆਂ ਸਹੇਲੀਆਂ ਖਤਮ ਹੋ ਗਈਆਂ, ਹੁਣ ਨਵੀਆਂ ਬਣਾਉਣੀਆਂ ਪੈਣਗੀਆਂ। ਪੁਰਾਣੇ ਖਿਡੌਣੇ ਖਤਮ ਹੋ ਗਏ, ਹੁਣ ਸੱਚਮੁੱਚ ਦਾ ਕੰਮ ਕਰਨਾ ਪਏਗਾ। ਤੇ ਜਿਸ ਦਿਨ ਮੁਕਲਾਵੇ ਤੇ ਵਾਪਸ ਆਈ, ਆਉਣ ਦੇ ਮਾਇਨੇ ਹੀ ਬਦਲ ਗਏ। ਹੁਣ ਉਹਨੇ ਆਪਣੇ ਘਰ 'ਚੋਂ ਇੱਕ ਪੈਨ ਵੀ ਚੁੱਕਣਾ। ਉਹਨੂੰ ਪੁੱਛਣਾ ਪੈਂਦਾ ਆਪਣੀ ਭਰਜਾਈ ਨੂੰ, ਭਰਜਾਈ ਜੀ ਇਹ ਪੈਨ ਲੈ ਲਵਾਂ ਮੈਂ? ਭਰਜਾਈ ਜੀ ਇਹ ਚੀਜ਼ ਮੈਂ ਲੈ ਜਾਵਾਂ? ਇੱਕ ਦਿਨ 'ਚ ਬੇਗਾਨੀ ਹੋ ਗਈ। ਬੱਚੀ ਨੂੰ ਵਿਆਹਣ ਤੋਂ ਬਾਅਦ ਪਤੀ ਵੱਲੋਂ, ਸਹੁਰੇ ਪਰਿਵਾਰ ਵੱਲੋਂ ਪਿਆਰ ਦੀ ਕਿਉਂ ਲੋੜ ਹੈ? ਯਾਦ ਰੱਖਿਓ, ਇੱਕ ਥਾਂ ਤੋਂ ਬੂਟਾ ਪੱਟ ਕੇ ਅਸੀਂ ਦੂਜੀ ਥਾਂ ਲਾਉਂਦੇ ਹਾਂ, ਉਹ ਜ਼ਿਆਦਾ ਧਿਆਨ ਮੰਗਦਾ ਹੈ, ਨਹੀਂ ਤੇ ਉਹ ਮੁਰਝਾ ਜਾਏਗਾ। ਤੇ ਜਿਹਨੇ ਆਪਣੀ ਪੂਰੀ ਦੁਨੀਆ ਛੱਡ ਕੇ ਇੱਕ ਦਿਨ ਦੇ ਵਿੱਚ ਨਵੀਂ ਦੁਨੀਆ 'ਚ ਕਦਮ ਰੱਖਿਆ, ਉਹਨੂੰ ਕਿੰਨੀ ਕੇਅਰ ਦੀ ਲੋੜ ਹੋਏਗੀ। ਨਵੇਂ ਘਰ ਆਈ, 6 ਮਹੀਨੇ ਸਾਲ ਬਾਅਦ ਮਾਪੇ ਨੂੰ ਮਿਲਣ ਆ ਜਾਂਦੀ ਹੈ। ਸਾਲ ਬਾਅਦ ਘਰ ਧੀ ਨੇ ਜਨਮ ਲੈ ਲਿਆ। 2 ਸਾਲ ਹੋ ਗਏ, 3 ਸਾਲ ਹੋ ਗਏ, ਵਿਆਹ ਨੂੰ 4 ਸਾਲ ਹੋ ਗਏ। ਕਦੀ ਕਦੀ ਮਾਪੇ ਪੁੱਛ ਲੈਂਦੇ ਨੇ ਧੀਏ ਮਿਲਣ ਆ ਜਾਇਆ ਕਰ, ਤੇ ਧੀ ਆਖਦੀ ਕੀ ਕਰਾਂ, ਸੱਸ ਸਹੁਰਾ ਠੀਕ ਨਹੀਂ ਰਹਿੰਦੇ, ਉਹਨਾਂ ਦੀ ਸੇਵਾ ਕਰਨੀ ਹੁੰਦੀ ਹੈ, ਛੋਟੀ ਬੱਚੀ ਹੈ ਉਹਦੀ ਸੰਭਾਲ ਕਰਨੀ ਹੁੰਦੀ ਹੈ, ਘਰ ਬੜਾ ਕੰਮ ਹੈ। ਮਾਪਿਓ ਖੁਸ਼ ਨੇ, ਸਾਡੀ ਧੀ ਵਸ ਗਈ। ਕੁੱਛੜ ਕੁੜੀ ਜਿਹੜੀ ਹੈ ਉਹ 3 ਸਾਲ ਦੀ ਹੋ ਗਈ, ਵਿਆਹ ਨੂੰ 4 ਸਾਲ ਹੋ ਗਏ। ਤੇ 4 ਸਾਲ ਬਾਅਦ ਅੱਜ ਸ਼ਾਮ ਦਾ ਸਮਾਂ, ਉਹ ਧੀ ਨੇ ਆ ਕੇ ਦਰਵਾਜ਼ਾ ਖੜਕਾਇਆ। ਰਾਤ ਦਾ ਸਮਾਂ, ਇੰਨੀ ਰਾਤ ਕੌਣ ਆਇਆ? ਪਿਤਾ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਧੀ ਸਾਹਮਣੇ ਖੜੀ ਹੈ, 3 ਸਾਲ ਦੀ ਕੁੱਛੜ ਨਾਲ ਕੁੜੀ ਚੁੱਕੀ ਹੋਈ ਹੈ। ਘਰੇਲੂ ਜਿਹੇ ਕੱਪੜੇ ਪਾਏ ਨੇ, ਚੱਪਲਾਂ ਪੈਰ 'ਚ ਪਾਈਆਂ ਨੇ, ਕੇਸ ਖਿਲਰੇ ਹੋਏ ਨੇ। ਧੀਏ ਕੀ ਗੱਲ ਹੋ ਗਈ? ਇਸ ਤਰ੍ਹਾਂ ਤੇ ਤੂੰ ਕਦੀ ਨਹੀਂ ਆਂਦੀ ਮਿਲਣ। ਉਸੇ ਪਲ ਧੀ ਫੁੱਟ ਫੁੱਟ ਕੇ ਰੋਣ ਲੱਗ ਪਈ। ਮਾਂ ਅੰਦਰੋਂ ਦੌੜੀ ਆਈ, ਉਹਨੇ ਘੁੱਟ ਕੇ ਧੀ ਨੂੰ ਗਲੇ ਨਾਲ ਲਾਇਆ। ਧੀ ਰੋ ਰਹੀ ਹੈ, ਪਿਤਾ ਜੀ, ਮਾਂ ਜੀ, ਇੱਕ ਗੱਲ ਦੱਸੋ। 4 ਸਾਲ ਉੱਥੇ ਨਰਕ ਭੋਗਿਆ ਮੈਂ, 4 ਸਾਲ ਜ਼ੁਲਮ ਸਹੇ ਉਹਨਾਂ ਦੇ ਮੈਂ, ਔਰ ਇਹਨਾਂ 4 ਸਾਲਾਂ ਵਿੱਚ ਇੱਕ ਦਿਨ ਵੀ ਤੁਹਾਨੂੰ ਨਹੀਂ ਦੱਸਿਆ ਮੇਰਾ ਪਿਤਾ ਦੁਖੀ ਨਾ ਹੋਏ, ਮੇਰੀ ਮਾਂ ਹੋਕਾ ਨਾ ਲੈ ਜਾਏ। ਪਰ ਅੱਜ ਹੱਦ ਹੋ ਗਈ, ਉਹਨਾਂ ਨੇ ਘਰੋਂ ਹੀ ਬਾਹਰ ਕੱਢ ਦਿੱਤਾ ਹੈ। ਤੇਰਾ ਘਰ ਨਹੀਂ, ਆਪਣੇ ਘਰ ਜਾ। ਮਾਂ ਮੈਂ ਇਹ ਪੁੱਛਣ ਆਈ ਹਾਂ, ਜਿੱਦਣ ਤੂੰ ਤੋਰਿਆ ਸੀ ਤੂੰ ਕਿਹਾ ਸੀ ਧੀਏ ਇਹ ਤੇਰਾ ਘਰ ਨਹੀਂ, ਤੂੰ ਆਪਣੇ ਘਰ ਜਾ। ਅੱਜ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ, ਉਹ ਆਖਦੇ ਨੇ ਤੇਰਾ ਘਰ ਨਹੀਂ, ਆਪਣੇ ਘਰ ਜਾ। ਬਸ ਇਹਨਾਂ ਦੱਸ ਦੇ ਮੇਰਾ ਘਰ ਹੈ ਕਿਹੜਾ? ਇਹ ਭਰੀ ਹੈ ਮੱਤ ਪਾਪਾਂ ਕੇ ਸੰਗ। ਸਾਡੀ ਮੱਤ ਪਾਪਾਂ ਵਾਲੀ ਹੈ। ਅਸੀਂ ਸਿਰਫ ਆਪਣੇ ਬਾਰੇ ਸੋਚਿਆ, ਦੂਜੇ ਦੇ ਜੀਵਨ ਦੇ ਵਿੱਚੋਂ ਰੱਬ ਦੇਖਿਆ ਹੀ ਨਹੀਂ। ਸਿਰਫ ਦਾਜ ਦੀ ਖਾਤਰ
ਕਿਸੇ ਦੇ ਸਿਰ ਤੇ ਤੇਲ ਪਾ ਕੇ ਜਿੰਦਾ ਹੀ ਸਾੜ ਦੇਣਾ, ਉਹਨੂੰ ਮਾਰ ਹੀ ਦੇਣਾ, ਇਦੋਂ ਵੱਡਾ ਮਨੁੱਖ ਦਾ ਸਵਾਰਥਪਨ ਕਿਹੜਾ ਹੋ ਸਕਦਾ ਹੈ। ਸਮਾਜ ਦਾ ਰੂਪ ਅੱਜ ਬੜਾ ਭਿਆਨਕ ਹੈ, ਸਮਾਜ ਦਾ ਚਿਹਰਾ ਕਰੂਪ ਹੋ ਚੁੱਕਿਆ ਹੈ। ਇੱਕ ਸਵਾਨ ਦੋਏ ਸਵਾਨੀ ਨਾਲ, ਲਾਲਚ ਦੇ ਕੁੱਤੇ ਦੇ ਪਿੱਛੇ ਆਸਾ ਤੇ ਤ੍ਰਿਸ਼ਨਾ ਦੀਆਂ ਦੋ ਕੁੱਤੀਆਂ ਨਾਲ ਚੱਲ ਰਹੀਆਂ ਨੇ। ਇੱਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਸਵੇਰ ਤੋਂ ਭੌਂਕਣਾ ਸ਼ੁਰੂ ਕਰ ਦਿੰਦਾ, ਆਹ ਲੈ ਕੇ ਆ, ਉਹ ਲੈ ਕੇ ਆ। ਕੂੜ ਛੁੜਾ ਮੁੱਠਾ ਮੁਰਦਾਰ, ਧਾਨਕ ਰੂਪ ਰਾਹ ਕਰਤਾਰ। ਧਾਨਕ ਰੂਪ ਭਿਆਨਕ ਰੂਪ ਬਣ ਗਏ, ਸਮਾਜ ਦਾ ਚਿਹਰਾ ਕਰੂਪ ਹੋ ਗਿਆ। ਇਹ ਪਾਪਾਂ ਵਾਲੀ ਮੱਤ ਹੈ। ਤੀਰਥਾਂ ਦੇ ਇਸ਼ਨਾਨ ਕੰਮ ਨਹੀਂ ਕਰ ਰਹੇ, ਮਾਲਾ ਫੇਰਨੀਆਂ ਕੰਮ ਨਹੀਂ ਕਰ ਰਹੀਆਂ, ਵਰਤ ਰੱਖਣੇ ਕੰਮ ਨਹੀਂ ਕਰ ਰਹੇ। ਇਹ ਸਾਰੇ ਕੁਝ ਨਾਲ ਨਾਲ ਚੱਲ ਰਿਹਾ ਹੈ, ਔਰ ਜਿੰਨਾ ਭਾਰਤ ਵਿੱਚ ਚੱਲ ਰਿਹਾ ਉਹਨਾਂ ਤੇ ਹੋਰ ਕਿਸੇ ਹੋਰ ਦੇਸ਼ ਵਿੱਚ ਸ਼ਾਇਦ ਹੀ ਚੱਲਦਾ ਹੋਵੇ। ਬੜਾ ਕੁਝ ਚੱਲ ਰਿਹਾ ਹੈ, ਪਰ ਮੱਤ ਦੇ ਵਿੱਚੋਂ ਪਾਪ ਨਹੀਂ ਖਤਮ ਹੋਏ। ਪਰਿਵਾਰਕ ਤੌਰ ਤੇ ਵੀ ਇਸੇ ਤਰ੍ਹਾਂ, ਆਰਥਿਕ ਤੌਰ ਤੇ ਵੀ ਇਸੇ ਤਰ੍ਹਾਂ। ਨਕਲੀ ਸਮਾਨ ਵੇਚਿਆ ਚਲਿਆ ਜਾ ਰਿਹਾ ਹੈ, ਟੈਕਸ ਚੋਰੀ ਕੀਤਾ ਜਾ ਰਿਹਾ ਹੈ, ਗਰੀਬ ਮਜ਼ਦੂਰਾਂ ਦੇ ਹੱਕ ਮਾਰੇ ਚਲੇ ਜਾ ਰਹੇ ਨੇ, ਉਹਨਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਰਾਜਨੀਤਿਕ ਤੌਰ ਤੇ ਇੱਕ ਦੇਸ਼ ਦੂਜੇ ਦੇਸ਼ ਨੂੰ ਖਾ ਰਿਹਾ ਹੈ। ਧਾਰਮਿਕ ਤੌਰ ਤੇ ਇੱਕ ਡੇਰਾ ਦੂਜੇ ਡੇਰੇ ਦੇ ਉੱਪਰ ਹਮਲਾ ਕਰ ਰਿਹਾ ਹੈ। ਆਪਸ ਵਿੱਚ ਜੋਤਸ਼ੀ ਤਾਂਤਰਿਕ ਸਾਧ ਸੰਤ ਲੜ ਰਹੇ ਨੇ, ਡਾਂਗਾਂ ਕਿਰਪਾਨਾਂ ਚੱਲ ਰਹੀਆਂ ਨੇ, ਔਰ ਕੇਸ ਜਿਹੜੇ ਅਦਾਲਤਾਂ 'ਚ ਚੱਲ ਰਹੇ ਨੇ। ਸੰਗਤਾਂ ਦੀ ਗੋਲਕ ਦਾ ਕਰੋੜਾਂ ਰੁਪਇਆ ਫੂਕਿਆ ਚਲਾ ਜਾ ਰਿਹਾ ਹੈ। ਭਰੀ ਹੈ ਮੱਤ ਪਾਪਾਂ ਕੇ ਸੰਗ, ਇਹ ਪਾਪਾਂ ਵਾਲੀ ਮੱਤ ਭਰੀ ਪਈ ਹੈ। ਇਹ ਸਾਫ਼ ਕਿਵੇਂ ਹੋਏਗੀ? ਗੁਰੂ ਜੀ ਆਖਦੇ ਨੇ, ਜਿੰਨਾ ਚਿਰ ਤੱਕ ਮਨੁੱਖ ਆਪਣੇ ਅੰਦਰੋਂ ਸਵਾਰਥ ਦਾ ਤਿਆਗ ਨਹੀਂ ਕਰਦਾ, ਜਿੰਨਾ ਚਿਰ ਦੂਜੇ ਦੇ ਪ੍ਰਤੀ ਪ੍ਰੇਮ ਪੈਦਾ ਨਹੀਂ ਕਰਦਾ, ਉਹਨਾਂ ਚਿਰ ਇਹ ਪਾਪਾਂ ਵਾਲੀ ਮੱਤ ਨਹੀਂ ਜਾਏਗੀ। ਕਿਤੇ ਸਿਰ ਤੇ ਤੇਲ ਪਾ ਕੇ ਉਹਨੂੰ ਜਿੰਦਾ ਸਾੜੇਗਾ, ਜਿਹਦੇ ਨਾਲ ਪਿਆਰ ਕਰੇਗਾ ਉਹਨੂੰ, ਫਿਰ ਨਹੀਂ ਹੋ ਸਕਦਾ। ਭਰੀ ਹੈ ਮੱਤ ਪਾਪਾਂ ਕੇ ਸੰਗ, ਮੱਤ ਪਾਪਾਂ ਨਾਲ ਭਰੀ ਪਈ ਹੈ। ਉਹ ਧੋਪੈ ਨਾਵੇਂ ਕੈ ਰੰਗ, ਉਹ ਪਾਪਾਂ ਵਾਲੀ ਮੱਤ ਕਿਵੇਂ ਧੋਤੀ ਜਾਏਗੀ? ਬਾਹਰ ਦਾ ਪਾਣੀ ਤੇ ਅੰਦਰ ਪਹੁੰਚਦਾ ਹੀ ਨਹੀਂ ਹੈ। ਹਾਂ, ਪ੍ਰਭੂ ਦਾ ਨਾਮ ਪਹੁੰਚ ਜਾਂਦਾ ਅੰਦਰ। ਉਹ ਧੁੱਪ ਹੈ, ਉਹ ਮੱਤ ਜਿਹੜੀ ਪਾਪਾਂ ਵਾਲੀ ਧੋਤੀ ਜਾ ਸਕਦੀ ਹੈ। ਨਾਵੇਂ ਕੈ ਰੰਗ, ਨਾਮ ਦੇ ਪ੍ਰੇਮ ਦੇ ਨਾਲ, ਰੰਗ ਮੈਨੇ ਪ੍ਰੇਮ, ਨਾਮ ਨਾਲ ਪ੍ਰੇਮ ਤੇ ਪਾ ਕੇ ਦੇਖ। ਪ੍ਰਭੂ ਦਾ ਨਾਮ ਹੈ ਨਿਰਵੈਰ, ਨਿਰਵੈਰ ਨਾਲ ਪਿਆਰ ਪਾ ਕੇ ਦੇਖ। ਤੈਨੂੰ ਦੁਸ਼ਮਣ ਨਜ਼ਰ ਆਏਗਾ ਹੀ ਨਹੀਂ। ਤੈਨੂੰ ਪਤੀ, ਤੈਨੂੰ ਪਤਨੀ ਦੁਸ਼ਮਣ ਨਜ਼ਰ ਨਹੀਂ ਆਏਗੀ। ਤੈਨੂੰ ਸੱਸ ਸਹੁਰਾ ਦੁਸ਼ਮਣ ਨਜ਼ਰ ਨਹੀਂ ਆਣਗੇ। ਤੈਨੂੰ ਗੁਆਂਢੀ ਦੁਸ਼ਮਣ ਨਜ਼ਰ ਨਹੀਂ ਆਣਗੇ। ਨਿਰਵੈਰ ਨਾਲ ਪ੍ਰੇਮ ਪਾ ਕੇ ਦੇਖ, ਸੱਚਾਈ ਨਾਲ ਪ੍ਰੇਮ ਪਾ ਕੇ ਦੇਖ, ਜੀਵਨ ਦੇ ਵਿੱਚ ਸਬਰ ਸੰਤੋਖ ਨਾਲ ਪ੍ਰੇਮ ਪਾ ਕੇ ਦੇਖ। ਲਾਲਚ ਖਤਮ ਹੋ ਜਾਏਗਾ ਪਦਾਰਥਾਂ ਦਾ, ਸਵਾਰਥੀਪਣ ਅੰਦਰੋਂ ਮੁੱਕ ਜਾਏਗਾ। ਉਹ ਧੁੱਪ ਹੈ ਨਾਵੇਂ ਕੇ ਰੰਗ, ਨਾਮ ਦੇ ਪ੍ਰੇਮ ਦੇ ਨਾਲ ਅੰਦਰੋਂ ਪਾਪਾਂ ਦੀ ਮੱਤ ਧੋਤੀ ਜਾਂਦੀ ਹੈ। ਜਿਵੇਂ ਸਾਬਣ ਕੱਪੜੇ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ, ਉਹਦੀ ਮੈਲ ਬਾਹਰ ਕੱਢ ਦਿੰਦਾ ਹੈ, ਨਾਮ ਦਾ ਰੰਗ, ਨਾਮ ਦਾ ਪਿਆਰ ਅੰਦਰੋਂ ਪਾਪਾਂ ਦੀ ਮੈਲ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ। ਪਰ ਯਾਦ ਰੱਖਿਓ, ਨਾਮ ਸਾਬਣ ਨਹੀਂ ਹੈ। ਸਾਬਣ ਕੱਪੜੇ ਦੀ ਮੈਲ ਨੂੰ ਧੋਂਦਾ ਹੈ, ਪ੍ਰਭੂ ਦੇ ਨਾਮ ਦਾ ਪਿਆਰ ਪਾਪਾਂ ਦੀ ਮੈਲ ਨੂੰ ਧੋਂਦਾ ਹੈ, ਪਰ ਨਾਮ ਸਾਬਣ ਨਹੀਂ। ਕਿਉਂ? ਸਾਬਣ ਨੂੰ ਕੱਪੜੇ ਤੇ ਲਗਾਇਆ, ਸਾਬਣ ਨੇ ਕੱਪੜੇ ਦੀ ਮੈਲ ਕੱਢ ਦਿੱਤੀ। ਜਦੋਂ ਪਾਣੀ ਪਾਇਆ, ਸਾਬਣ ਕੱਪੜੇ ਦਾ ਸਾਥ ਛੱਡ ਗਿਆ। ਇੱਕ ਸਮਾਂ ਆਇਆ, ਉਹ ਕੱਪੜਾ ਫਿਰ ਮੈਲਾ ਹੋ ਗਿਆ, ਉਹਨੂੰ ਫਿਰ ਸਾਬਣ ਨਾਲ ਧੋਣਾ ਪਿਆ। ਜਿਵੇਂ ਜਿਵੇਂ ਕੱਪੜੇ ਤੇ ਪਾਣੀ ਪਾਇਆ, ਮੈਲ ਉਤਰ ਗਈ, ਪਰ ਸਾਬਣ ਵੀ ਸਾਥ ਛੱਡ ਗਿਆ। ਸਾਬਣ ਸਦਾ ਕੱਪੜੇ ਦੇ ਨਾਲ ਨਹੀਂ ਰਹਿੰਦਾ, ਕੱਪੜਾ ਫਿਰ ਮੈਲਾ ਹੋ ਜਾਂਦਾ ਹੈ, ਫਿਰ ਸਾਬਣ ਨਾਲ ਧੋਣਾ ਪੈਂਦਾ ਹੈ। ਪਰ ਜਦੋਂ ਨਾਮ ਨੇ ਮਨ ਦੀ ਮੈਲ ਨੂੰ ਧੋ ਕੇ ਸਾਫ਼ ਕੀਤਾ, ਇਹ ਨਾਮ ਕਿੱਥੇ ਚਲਾ ਗਿਆ ਜੀ? ਸਾਬਣ ਕੱਪੜੇ ਦਾ ਸਾਥ ਛੱਡ ਜਾਂਦਾ ਹੈ, ਇਹ ਨਾਮ ਮਨ ਦਾ ਸਾਥ ਛੱਡਦਾ ਹੀ ਨਹੀਂ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਨਾਮ ਕਿੱਥੇ ਗਿਆ ਜੀ? ਅੰਮ੍ਰਿਤ ਨਾਮ ਰਿਦ ਮਹੇ ਸਮਾਏ, ਨਾਮ ਤੇ ਅੰਦਰ ਹੀ ਸਮਾ ਗਿਆ। ਹੁਣ ਅੰਦਰ ਦੀ ਮਤ ਨੂੰ ਕਦੀ ਮੈਲਾ ਹੋਣ ਹੀ ਨਹੀਂ ਦਿੰਦਾ। ਨਾਮ ਅੰਦਰ ਨੂੰ ਪਵਿੱਤਰ ਕਰ ਦਿੰਦਾ ਹੈ। ਪ੍ਰਭੂ ਦੇ ਨਾਮ ਦਾ ਪਿਆਰ ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇਂ ਕੇ ਰੰਗ, ਨਾਮ ਦੇ ਪ੍ਰੇਮ ਨਾਲ ਜੁੜਿਆ ਪਾਪ ਉਤਰ ਜਾਂਦੇ ਨੇ। ਪੁੰਨੀ ਪਾਪੀ ਆਖਣ ਨਾਹੀਂ, ਪੁੰਨੀ ਤੇ ਪਾਪੀ ਕਹਿਣ ਦੀਆਂ ਗੱਲਾਂ ਨਹੀਂ ਹਨ। ਜਾਂ ਦੂਜੀ ਭਾਵ ਕਿ ਪੁੰਨੀ ਪਾਪੀ ਆਖਣ ਨਾ, ਕੋਈ ਆਖੀ ਜਾਏ ਕੀ ਹੋਏਗਾ? ਮੈਂ ਝੂਠ ਬੋਲ ਰਿਹਾ, ਮੈਂ ਚੋਰੀਆਂ ਕਰਦਾ ਵਾਂ, ਮੈਂ ਜੂਏ ਖੇਡਦਾ, ਮੈਂ ਨਸ਼ੇ ਕਰਦਾ, ਤੇ ਕੋਈ ਕਵੇ ਮੈਨੂੰ ਤੁਸੀਂ ਤੇ ਜੀ ਬੜੇ ਸੰਤ ਹੋ,
ਕੀ ਫਰਕ ਪਏਗਾ ਕਹਿਣ ਨਾਲ? ਕਿਸੇ ਦੇ ਕਹਿਣ ਨਾਲ ਮੈਂ ਸੰਤ ਨਹੀਂ ਹੋ ਜਾਵਾਂਗਾ, ਕਿਉਂਕਿ ਪਾਪ ਕਰਮ ਤੇ ਮੇਰੇ ਕਰ ਰਿਹਾ ਵਾਂ, ਮੈਨੂੰ ਪਤਾ ਮੈਂ ਪਾਪੀ ਹਾਂ। ਜੇ ਮੈਂ ਧਰਮ ਕਰਮ ਕਰ ਰਿਹਾ, ਸੱਚ ਬੋਲ ਰਿਹਾ, ਇਮਾਨਦਾਰੀ ਦੀ ਜ਼ਿੰਦਗੀ ਜੀ ਰਿਹਾ ਹਾਂ, ਪ੍ਰੇਮ ਪ੍ਰਗਟ ਕਰ ਰਿਹਾ, ਮਿੱਠਾ ਬੋਲ ਰਿਹਾ ਹਾਂ, ਨਿਮਰਤਾ ਹੈ, ਤੇ ਕੋਈ ਮੈਨੂੰ ਕਹੇ ਬੜਾ ਪਾਪੀ ਹੈ, ਕੀ ਫਰਕ ਪਏਗਾ? ਕਿਸੇ ਦੇ ਪਾਪੀ ਕਹਿਣ ਨਾਲ ਮੈਂ ਪਾਪੀ ਨਹੀਂ ਹੋ ਜਾਵਾਂਗਾ। ਪੁੰਨੀ ਪਾਪੀ ਆਖਣ ਨਾ ਹੈ। ਤੇ ਦੂਜਾ ਭਾਵ, ਪੁੰਨੀ ਪਾਪੀ ਆਖਣ ਨਾ ਹੈ। ਪੁੰਨੀ ਤੇ ਪਾਪੀ ਕੇਵਲ ਕਹਿਣ ਦੀਆਂ ਗੱਲਾਂ ਨਹੀਂ, ਇਹ ਪੁੰਨੀ ਹੈ, ਇਹ ਪਾਪੀ ਹੈ, ਬਲਕਿ ਕਰਮ ਮਨੁੱਖ ਨੂੰ ਪੁੰਨੀ ਪਾਪੀ ਬਣਾ ਦਿੰਦੇ ਨੇ। ਜਿਹੋ ਜਿਹੇ ਕਰਮ ਕਰਦਾ ਉਹ ਜਿਹਾ ਉਹ ਹੋ ਜਾਂਦਾ ਹੈ। ਗੁਰੂ ਜੀ ਨੇ ਬੜਾ ਸਪਸ਼ਟ ਬਚਨ ਕੀਤਾ, ਤੂੰ ਇੱਕ ਕੰਮ ਕਰ, ਬਸ ਇੱਕੋ ਕੰਮ ਜੇ ਤੂੰ ਜ਼ਿੰਦਗੀ 'ਚ ਕਰਨਾ ਸ਼ੁਰੂ ਕਰ ਦੇ, ਤੇਰੇ ਵਰਗਾ ਪੁੰਨੀ ਕੋਈ ਨਹੀਂ ਹੋਏਗਾ, ਤੇਰਾ ਹਰ ਕਰਮ ਹੀ ਪੁੰਨ ਬਣ ਜਾਏਗਾ। ਤੂੰ ਅੰਦਰੋਂ ਬਾਹਰੋਂ ਇੱਕ ਹੋ ਜਾ। ਜਿਹੜੀ ਜਲੇਬੀ ਹੈ ਨਾ, ਜਲੇਬੀ ਦਾ ਨਾਮ ਸੁਣਦਿਆਂ ਸਾਰ ਮੂੰਹ 'ਚ ਪਾਣੀ ਆ ਜਾਂਦਾ ਹੈ, ਕਿਉਂਕਿ ਸਾਡੇ ਪੰਜਾਬੀਆਂ ਦੀ ਖਾਸ ਡਿਸ਼ ਹੈ, ਖਾਣ ਵਾਲੀ ਖਾਸ ਸਵੀਟ ਹੈ। ਇਹਦਾ ਰੰਗ ਬੜਾ ਸੋਹਣਾ ਹੁੰਦਾ ਹੈ, ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ, ਮਿੱਠੀ ਹੈ, ਪਰ ਜਲੇਬੀ ਵਿੱਚ ਵਿੰਗ ਵਾਲ ਬੜੇ ਹੁੰਦੇ ਨੇ, ਟੇਢੀ ਮੇਢੀ ਬੜੀ ਹੈ, ਸਿੱਧੀ ਨਹੀਂ ਹੈ ਇਹ। ਕੋਈ ਮਨੁੱਖ ਜਲੇਬੀ ਵਰਗਾ ਹੋਵੇ, ਬਾਹਰੋਂ ਤੇ ਮਿੱਠਾ ਹੋਵੇ, ਬਾਹਰੋਂ ਤੇ ਸੋਹਣਾ ਲੱਗਦਾ ਹੋਵੇ, ਬਾਹਰੋਂ ਤੇ ਨਵੇਂ ਕੱਪੜੇ ਪਾਏ ਹੋਣ, ਪਰਫਿਊਮ ਵੀ ਉੱਪਰ ਲਗਾਇਆ ਹੋਵੇ, ਪੈਂਟ ਕੋਟ ਪਾਇਆ ਹੋਵੇ, ਟਾਈ ਲਗਾਈ ਹੋਵੇ, ਬਾਹਰੋਂ ਤੇ ਲਿਸ਼ਕਿਆ ਪੁਸ਼ਕਿਆ ਹੋਵੇ, ਪਰ ਅੰਦਰ ਵਿੰਗ ਵੱਲ ਹੋਣ, ਉਹਦੇ ਅੰਦਰ ਧੋਖਾਧੜੀ ਹੋਵੇ, ਉਹ ਆਦਮੀ ਜਲੇਬੀ ਵਰਗਾ ਹੈ। ਜਲੇਬੀ ਦੇਖਣ ਨੂੰ ਤੇ ਬਾਹਰੋਂ ਬਹੁਤ ਸੋਹਣੀ ਲੱਗਦੀ ਹੈ, ਉਹਦੇ 'ਚ ਵਿੰਗ ਵੱਲ ਬੜੇ ਨੇ। ਉਹ ਬੰਦਾ ਜਿਹੜਾ ਬਾਹਰੋਂ ਦੇਖਣ ਨੂੰ ਤੇ ਬੜਾ ਸੋਹਣਾ ਲੱਗਦਾ ਹੈ, ਅੰਦਰ ਪਾਪਾਂ ਦੇ ਵਿੰਗ ਵੱਲ ਪਏ ਹੋਏ ਨੇ, ਨਫ਼ਰਤ ਹੈ, ਈਰਖ ਹੈ, ਐਸਾ ਬੰਦਾ ਪ੍ਰਵਾਨ ਨਹੀਂ। ਐਸੀ ਜਲੇਬੀ ਨਾਲੋਂ ਤੇ ਡੰਡਾ ਚੰਗਾ। ਡੰਡਾ ਰੁੱਖਾ ਤੇ ਹੈ ਪਰ ਬਿਲਕੁਲ ਸਿੱਧਾ ਹੈ। ਤੂੰ ਸਿੱਧਾ ਹੋ ਜਾਈਂ, ਅੰਦਰੋਂ ਬਾਹਰੋਂ ਇੱਕ ਸਾਰ ਹੋ ਜਾ। ਮਨ ਸਾਚਾ ਮੁਖ ਸਾਚਾ ਹੋ ਜਾਏ, ਮਨ ਬਚਨ ਕਰਮ 'ਚ ਇੱਕ ਸਾਰਤਾ ਹੋ ਜਾਏ। ਜਿਸ ਦਿਨ ਅੰਦਰੋਂ ਬਾਹਰੋਂ ਇੱਕ ਹੋ ਜਾਏਗਾ, ਰੁੱਖਾ ਤੇ ਭਾਵੇਂ ਲੱਗੇਗਾ ਤੂੰ ਸੱਚਾ ਮਨੁੱਖ, ਪਰ ਘੱਟੋ ਘੱਟ ਇਹ ਯਾਦ ਰੱਖੀ, ਜਦੋਂ ਅੰਦਰੋਂ ਬਾਹਰੋਂ ਇੱਕ ਹੋ ਜਾਏਗਾ, ਡੰਡੇ ਵੱਤ ਸਿੱਧਾ ਹੋ ਜਾਏਗਾ, ਉਦੋਂ ਤੇਰਾ ਹਰ ਕਰਮ ਪੁੰਨ ਹੋ ਜਾਏਗਾ। ਕਰ ਸਾਧੂ ਅੰਜੁਲੀ, ਪੁੰਨ ਵੱਡਾ ਹੈ, ਸਭ ਤੋਂ ਵੱਡਾ ਪੁੰਨ ਇਹ ਹੈ। ਗੁਰੂ ਅੱਗੇ ਝੁਕ ਜਾਈ, ਗੁਰੂ ਪਾਸੋਂ ਗਿਆਨ ਲੈ ਲਈ, ਪ੍ਰਣ ਕਰ ਲਈ, ਅੱਜ ਤੋਂ ਬਾਅਦ ਜੋ ਗੁਰੂ ਕਹੇਗਾ ਬਸ ਉਹਦੇ ਮੁਤਾਬਕ ਹੀ ਜ਼ਿੰਦਗੀ ਜੀਵਾਂਗਾ, ਭਾਵੇਂ ਲੋਕਾਂ ਨੂੰ ਰੁੱਖਾ ਲੱਗਾ, ਕੋਈ ਗੱਲ ਨਹੀਂ। ਕਰ ਸਾਧੂ ਅੰਜੁਲੀ, ਪੁੰਨ ਵੱਡਾ ਹੈ, ਕਰ ਡੰਡੌਤ, ਪੁੰਨ ਵੱਡਾ ਹੈ, ਡੰਡੌਤ ਕਰ, ਡੰਡੇ ਵੱਤ ਲੰਮਾ ਪੈ ਜਾ, ਭਾਵ ਡੰਡੇ ਵਰਗਾ ਸਿੱਧਾ ਹੋ ਜਾ। ਇਹ ਨਹੀਂ ਵੀ ਕਿ ਪੂਰਾ ਲੰਮਾ ਪੈ ਕੇ ਕਵੇ ਹੁਣ ਮੈਂ ਡੰਡੇ ਵੱਤ ਹੋ ਗਿਆ। ਡੰਡੇ ਵੱਤ ਹੋਣ ਦਾ ਭਾਵ ਅੰਦਰੋਂ ਬਾਹਰੋਂ ਸਿੱਧਾ ਹੋ ਜਾ। ਇਹ ਤੇਰੀ ਡੰਡੌਤ ਕੀ ਹੋਏਗੀ? ਸਭ ਤੋਂ ਵੱਡਾ ਪੁੰਨ ਬਣ ਜਾਏਗਾ। ਕਰ ਡੰਡੌਤ, ਪੁੰਨ ਵੱਡਾ ਹੈ। ਜਿਸ ਦਿਨ ਅੰਦਰੋਂ ਬਾਹਰੋਂ ਇੱਕ ਹੋ ਜਾਏਗਾ, ਤੇਰਾ ਬੋਲ ਪੁੰਨ ਹੋ ਜਾਏਗਾ, ਤੇਰਾ ਸੁਣਨਾ ਪੁੰਨ ਹੋ ਜਾਏਗਾ, ਤੇਰਾ ਦੇਖਣਾ ਪੁੰਨ ਹੋ ਜਾਏਗਾ, ਤੇਰਾ ਹਰ ਕਰਮ ਪੁੰਨ ਹੋ ਜਾਏਗਾ। ਇਹ ਕੇਵਲ ਕਹਿਣ ਦੀਆਂ ਗੱਲਾਂ ਨਹੀਂ, ਪੁੰਨੀ ਪਾਪੀ ਆਖਣ ਨਾ ਹੈ। ਕਰ ਕਰ ਕਰਣਾ ਲਿਖ ਲੈ ਜਾਓ। ਇਹ ਤੇ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਹ ਜਿਹਾ ਨਾਲ ਆਪਣੇ ਫਲ ਨੂੰ ਭੋਗੀ ਚਲਾ ਜਾਂਦਾ ਹੈ। ਜਿਹੋ ਜਿਹੇ ਸ਼ੁਭ ਕਰਮ, ਜੇ ਮਨ ਬਚਨ ਕਰਮ 'ਚ ਇਕਸਾਰਤਾ ਹੈ, ਤੇ ਉਹਦੇ ਵਰਗਾ ਪੁੰਨ ਕੋਈ ਨਹੀਂ ਹੈ। ਆਪੇ ਬੀਜ ਆਪੇ ਹੀ ਖਾਓ। ਇਹ ਤੇ ਉਹ ਕਰਮ ਹਨ, ਜਿਹੋ ਜਿਹੇ ਕੋਈ ਬੀਜਦਾ ਹੈ, ਉਹੋ ਜਿਹੇ ਉਹ ਖਾ ਰਿਹਾ ਹੈ। ਮਨੁੱਖ ਕਿੱਕਰਾਂ ਦੇ ਬੀਜ ਕੇ ਕਵੇ ਮੈਨੂੰ ਅੰਗੂਰ ਮਿਲ ਜਾਣ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ। ਹੰਡੇ ਉਨ ਕਤਾਇੰਦਾ ਪੈਦਾ ਲੋੜੈ ਪਟ। ਇਹ ਨਹੀਂ ਹੋ ਸਕਦਾ ਕਿ ਤੂੰ ਜ਼ਹਿਰ ਬੀਜ ਕੇ ਕਵੇਂ ਮੈਨੂੰ ਅੰਮ੍ਰਿਤ ਮਿਲ ਜਾਏ। ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ। ਫਿਰ ਕਾਹਦਾ ਨਿਆਂ? ਬੇਇਨਸਾਫੀ ਹੈ ਨਾ। ਰੱਬ ਬੇਇਨਸਾਫੀ ਨਹੀਂ ਕਰਦਾ, ਉਹ ਤੇ ਸਾਚਾ ਸਾਹਿਬ ਸਾਚ ਨਾਏ, ਉਹਦਾ ਨਿਆਂ ਤੇ ਸੱਚਾ ਹੈ। ਕੰਡੇ ਬੀਜੇਗਾ, ਉਹ ਤੈਨੂੰ ਆਪ ਵੱਢਣੇ ਪੈਣਗੇ। ਮਿੱਠੇ ਅੰਮ੍ਰਿਤ ਦੇ ਬੀਜ ਦੇਗਾ, ਅੰਮ੍ਰਿਤ ਪਾ ਲਏਗਾ। ਆਪੇ ਬੀਜ ਆਪੇ ਹੀ ਖਾਓ। ਜਿਹੋ ਜਿਹੇ ਕਰਮ ਕਰਦਾ ਉਹੋ ਜਿਹੇ ਫਲ ਭੋਗਣੇ ਪੈਂਦੇ ਹਨ। ਨਾਨਕ ਹੁਕਮੀ ਆਵੋ ਜਾਹੋ। ਹੇ ਨਾਨਕ, ਸੰਬੋਧਨ ਆ ਗਿਆ। ਹੁਕਮੀ ਮੈਨੇ ਉਹਦੇ ਨਿਯਮਾਂ ਦੇ ਵਿੱਚ ਆਵੋ ਜਾਵੋ। ਉਹਦੇ ਨਿਯਮਾਂ ਦੇ ਵਿੱਚ ਹੀ ਤੁਸੀਂ ਇਸ ਜੀਵਨ ਦੇ ਵਿੱਚ ਕਦੀ ਪਾਪਾਂ 'ਚ ਆ ਜਾਂਦੇ ਹੋ, ਕਦੀ ਪੁੰਨਾਂ 'ਚ ਆ ਜਾਂਦੇ ਹੋ। ਉਹਦੇ ਨਿਯਮਾਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੇ ਹੋ। ਇਹ ਸਾਰਾ ਆਵਣ ਜਾਣਾ ਉਹਦੇ ਨਿਯਮਾਂ ਦੇ ਵਿੱਚ ਹੈ। ਜਿਹੋ ਜਿਹੇ ਕਰਮ ਕਰਦੇ ਹਾਂ, ਉਹੋ ਜਿਹੀ ਅਸੀਂ ਜ਼ਿੰਦਗੀ ਭੋਗਦੇ ਹਾਂ। ਭਾਵ ਗੁਰੂ ਜੀ ਨੇ ਇੱਕ ਉਪਦੇਸ਼ ਦਿੱਤਾ, ਜੇ ਕਿਤੇ ਨਾਮ ਨਾਲ ਤੇਰਾ ਪ੍ਰੇਮ ਬਣ ਜਾਏ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਦਾ ਪ੍ਰੇਮ
ਪਾਪਾਂ ਵਾਲੀ ਮੱਤ ਨੂੰ ਧੋ ਦਿੰਦਾ ਹੈ, ਅੰਦਰ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਹਨ। ਫਿਰ ਸ਼ੁਭ ਨਾਮ ਦੇ ਬੀਜ ਨਾਲ ਸ਼ੁਭ ਗੁਣਾਂ ਦੇ ਫਲ ਮਨੁੱਖ ਆਪਣੀ ਜ਼ਿੰਦਗੀ ਵਿੱਚ ਮਾਣਦਾ ਹੈ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।